ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਇੱਕ ਵਾਰ ਫੇਰ ਹਾਜ਼ਰ ਹੋਏ ਹਾਂ ਅੱਜ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲੇ। ਵਿਸ਼ਾ ਰਹੇਗਾ ਬਿਮਾਰੀਆਂ ਦੇ ਲੱਛਣ ਸਾਡੇ ਦੁਸ਼ਮਣ ਨਹੀਂ ਦੋਸਤ। ਅਕਸਰ ਸਾਨੂੰ ਜਦੋਂ ਕਦੇ ਕੋਈ ਬਿਮਾਰੀ ਲੱਗਦੀ ਹੈ ਜਾਂ ਕੋਈ ਸਰੀਰ ਬਿਮਾਰ ਹੁੰਦਾ ਹੈ ਜਾਂ ਕੋਈ ਸਰੀਰ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਅਲਾਮਤ ਆਉਂਦੀ ਹੈ ਸਰੀਰ ਦੇ ਅੰਦਰ, ਤਾਂ ਸਾਨੂੰ ਸਰੀਰ ਦੇ ਵਿੱਚ ਕੁਛ ਨਾ ਕੁਛ ਉਹਦੇ ਚੋਂ ਪਹਿਲਾਂ ਹੀ ਜਿਹੜੇ ਉਹਦੇ ਲੱਛਣ ਨਜ਼ਰ ਆਉਣ ਲੱਗ ਜਾਂਦੇ ਨੇ, ਜਿਵੇਂ ਛਿੱਕਾਂ, ਜ਼ੁਕਾਮ, ਖਾਂਸੀ, ਹਿਚਕੀਆਂ ਲੱਗ ਜਾਣੀਆਂ, ਦਰਦ ਹੋਣਾ ਸਰੀਰ ਦੇ ਅੰਦਰ, ਸੁੱਜ ਜਾਣਾ, ਅਲਾਦਾ। ਅਤੇ ਇਸ ਤੋਂ ਇਲਾਵਾ ਜਿਹੜਾ ਉਹ ਇਹ ਚੀਜ਼ਾਂ ਜਿਹੜੀਆਂ ਸਾਨੂੰ ਤਾਂ ਨਜ਼ਰ ਆਉਂਦੀਆਂ ਨੇ, ਪਰ ਇਹ ਪਤਾ ਨਹੀਂ ਲੱਗਦਾ ਵੀ ਸਰੀਰ ਦੇ ਅੰਦਰ ਕਿੱਥੇ ਜਿਹੜੀ ਆ ਉਹ ਪ੍ਰੋਬਲਮ ਆਉਂਦੀ ਹੈ। ਅਤੇ ਆਪਾਂ ਕੀ ਕਰਦੇ ਹਾਂ ਕਿ ਡਾਕਟਰਾਂ ਕੋਲ ਚਲੇ ਜਾਂਦੇ ਹਾਂ, ਉੱਥੋਂ ਜਾ ਕੇ ਦਰਦ ਦੀ ਗੋਲੀ ਖਾ ਲੈਂਦੇ ਹਾਂ, ਬੁਖਾਰ ਉਤਾਰ ਲੈਂਦੇ ਹਾਂ ਅਤੇ ਛਿੱਕਾਂ ਬੰਦ ਕਰ ਲੈਂਦੇ ਹਾਂ, ਜ਼ੁਕਾਮ ਬੰਦ ਕਰ ਲੈਂਦੇ ਹਾਂ। ਅਤੇ ਉਹ ਜਿਹੜਾ ਅਸਲ ਅਲਾਮਤ ਜਿਹੜੀ ਸਰੀਰ ਦੇ ਅੰਦਰ ਹੁੰਦੀ ਹੈ, ਉਹ ਅਲਾਮਤ ਜਿਹੜੀ ਆ ਉਹ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਆ, ਉਸੇ ਤਰ੍ਹਾਂ ਵੱਧਦੀ ਚਲੀ ਜਾਂਦੀ ਹੈ। ਕੀ ਇਹਦੇ ਅਸਰ ਹੁੰਦੇ ਨੇ ਅੱਗੇ ਚੱਲ ਕੇ? ਜਿਹੜੀਆਂ ਦਵਾਈਆਂ ਆਪਾਂ ਲੈਂਦੇ ਹਾਂ ਉਹਨਾਂ ਲੱਛਣਾਂ ਨੂੰ ਦਬਾਉਣ ਲਈ, ਉਹਦੇ ਅੱਗੇ ਕੀ ਉਹਦੇ ਸਾਈਡ ਇਫੈਕਟ ਹੁੰਦੇ ਨੇ, ਇਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲੋਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਡਾਕਟਰ ਸਾਹਿਬ, ਬਿਮਾਰੀਆਂ ਦੇ ਲੱਛਣ ਸਾਡੇ ਦੁਸ਼ਮਣ ਨਹੀਂ ਦੋਸਤ, ਕਿੰਨਾ ਕੁ ਸੱਚ ਹੈ? ਬਹੁਤ ਗਹਿਰਾ ਸੱਚ ਹੈ ਗੁਰਵੰਤ ਜੀ, ਕਿਉਂਕਿ ਜੇ ਇਹਨੂੰ ਇੰਨਾ ਇੱਦਾਂ ਲਾਈਏ ਕਿ ਪਹਿਲੀ ਗੱਲ ਤਾਂ ਆਪਾਂ ਇਹ ਸਮਝੀਏ ਕਿ ਸਿਰਫ ਐਲੋਪੈਥਿਕ ਸਿਸਟਮ ਜਿਹੜਾ ਹੈ ਉਹ ਬਿਮਾਰੀਆਂ ਦੇ ਤੌਰ 'ਤੇ ਦੇਖਦਾ ਚੀਜ਼ਾਂ ਨੂੰ। ਸਾਡਾ ਕੋਈ ਵੀ ਹੋਰ ਜਿਹੜਾ ਸਿਸਟਮ ਹੈ, ਚਾਹੇ ਆਯੁਰਵੇਦ ਹੈ, ਚਾਹੇ ਹੋਮਿਓਪੈਥੀ ਹੈ, ਚਾਹੇ ਨੈਚੁਰੋਪੈਥੀ ਹੈ, ਉਹ ਇੱਦਾਂ ਨਹੀਂ ਦੇਖਦੀ ਇਹਨਾਂ ਨੂੰ ਬਿਮਾਰੀਆਂ ਦੇ ਤੌਰ 'ਤੇ। ਉਹਦੇ 'ਚ ਸਮਝ ਕੀ ਹੈ ਮੋਟੀ ਜਿਹੀ ਬਣਦੀ ਕਿ ਜਦੋਂ ਅਸੀਂ ਇੱਕ ਅਡਾਪਟ ਕਰਦੇ ਹਾਂ, ਯਾਨੀ ਕਿ ਸਾਨੂੰ ਲਗਾਤਾਰ ਆਪਣੇ ਆਲੇ ਦੁਆਲੇ ਨਾਲ ਇੱਕ ਸੰਤੁਲਨ ਚਾਹੀਦਾ ਹੁੰਦਾ, ਕਿਉਂਕਿ ਅਸੀਂ ਇੱਕ ਆਲੇ ਦੁਆਲੇ ਦਾ ਹਿੱਸਾ, ਅਸੀਂ ਇੱਕ ਆਪਣੇ ਆਲੇ ਦੁਆਲੇ ਦਾ ਵਾਤਾਵਰਨ ਦਾ, ਕੁਦਰਤ ਦਾ ਹਿੱਸਾ। ਉਸ ਹਿੱਸੇ ਦੇ ਵਿੱਚ ਭਾਂਤ-ਭਾਂਤ ਦੀਆਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ। ਕਦੀ ਗਰਮੀ ਵੱਧ ਹੈ, ਕਦੀ ਘੱਟ ਹੈ, ਕਦੀ ਹਵਾ ਤੇਜ਼ ਹੈ, ਕਦੇ ਘੱਟ ਹੈ, ਕਦੇ ਬਰਸਾਤ ਹੋ ਰਹੀ ਹੈ, ਕਦੇ ਸੁੱਕਾ ਹੈ। ਤੋ ਅਨੇਕਾਂ ਕਿਸਮ ਦੇ ਔਰ ਆਲੇ ਦੁਆਲੇ ਹੋਰ ਜੀਵ ਜੰਤੂ ਨੇ, ਕੋਈ ਤੁਹਾਡੇ ਵਾਲੇ ਉਹ ਅੰਦਰ ਵੀ ਤੁਹਾਡੇ ਜਾਂਦੇ ਰਹਿੰਦੇ, ਸੂਖਸ਼ਮ ਜੀਵ ਜਿਹੜੇ ਨੇ, ਜਾਂ ਤੁਹਾਡੇ ਨਾਲ ਕੋਈ ਨਾ ਕੋਈ ਤੁਹਾਡੇ 'ਤੇ ਪ੍ਰਭਾਵ ਪਾਉਂਦੇ ਰਹਿੰਦੇ ਆ। ਤਾਂ ਲਗਾਤਾਰ ਸਾਡੇ ਸਰੀਰ ਨੂੰ ਐਡਜਸਟ ਕਰਨਾ ਪੈਂਦਾ। ਅਡੈਪਟਿੰਗ, ਅੰਗਰੇਜ਼ੀ ਕਹਿੰਦੇ ਅਡੈਪਟੇਸ਼ਨ। ਉਹ ਜਿਹੜੀ ਬਿਮਾਰੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹਨੂੰ ਮਾਡਰਨ ਮੈਡੀਕਲ ਸਿਸਟਮ ਨੇ ਬਿਮਾਰੀਆਂ ਦਾ ਨਾਂ ਦਿੱਤਾ, 8000 ਬਿਮਾਰੀਆਂ ਬਣਾਤੀਆਂ, 8000 ਕਿਸਮ ਦੀਆਂ ਬਿਮਾਰੀਆਂ ਦਾ ਜਿਹੜਾ ਬਿੱਲਾ ਬਣਾਤਾ। ਅਤੇ ਫਿਰ 8000 ਕਿਸਮ ਦੇ ਬਿਮਾਰੀਆਂ ਦਾ ਹੁਣ ਤੁਸੀਂ ਹੈਂਡਲ ਆਪੇ ਹਿਸਾਬ ਲਾ ਲਓ ਵੀ ਕਿਵੇਂ ਇੱਕ ਆਮ ਬੰਦਾ ਉਹਨੂੰ ਕਿਵੇਂ ਹੈਂਡਲ ਕਰੇਗਾ। ਤਾਂ ਉਹ ਜਿਹੜਾ ਸਿਸਟਮ ਹੈ ਕਿਤੇ ਨਾ ਕਿਤੇ ਸਿਰਫ ਮਾਡਰਨ ਮੈਡੀਕਲ ਸਿਸਟਮ ਦਾ। ਅਤੇ ਉਹਦੇ ਵਿੱਚ ਜਦੋਂ ਮੈਂ ਹੁਣ ਮਾਡਰਨ ਮੈਡੀਕਲ ਸਿਸਟਮ ਦੀ ਪੜ੍ਹਾਈ ਕੀਤੀ ਤਾਂ ਹੌਲੀ ਹੌਲੀ ਜਦੋਂ ਜਿਵੇਂ ਪੜ੍ਹਦੇ ਗਏ ਤਾਂ ਸਮਝ ਆਉਂਦੀ ਗਈ ਕਿ ਅਲਾਮਤਾਂ ਵੱਖਰੀ ਚੀਜ਼ ਨੇ, ਬਿਮਾਰੀ ਵੱਖਰੀ ਚੀਜ਼ ਹੈ। ਅਲਾਮਤਾਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ, ਵਿਜ਼ੀਬਲ ਪਾਰਟ ਹੈ ਉਹਦਾ, ਸਾਡਾ ਦਿਖਦਾ ਵੀ ਸਾਨੂੰ ਛਿੱਕਾਂ ਲੱਗ ਗਈਆਂ, ਸਾਨੂੰ ਖਾਂਸੀ ਲੱਗ ਗਈ, ਸਾਨੂੰ ਬੁਖਾਰ ਹੋ ਗਿਆ, ਸਾਨੂੰ ਦਰਦ ਹੋ ਗਈ, ਸਾਨੂੰ ਖਾਰਿਸ਼ ਹੋ ਗਈ, ਸਾਨੂੰ ਲੈਟਰਿਨ ਨਾਲ ਦਸਤ ਲੱਗ ਗਏ ਜਾਂ ਉਲਟੀਆਂ ਲੱਗ ਗਈਆਂ। ਇਹ ਅਲਾਮਤਾਂ ਨੇ। ਕੀ ਅਲਾਮਤਾਂ ਨੂੰ ਇਲਾਜ ਕਰਨਾ ਹੁੰਦਾ, ਕੀ ਅਲਾਮਤਾਂ ਦਾ ਇਲਾਜ ਕਰਨਾ ਹੁੰਦਾ, ਕਿ ਕੀ ਅਲਾਮਤਾਂ ਰਾਹੀਂ ਕੁਦਰਤ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਜਿਹੜੇ ਬਾਕੀ ਸਾਰੇ ਸਿਸਟਮ ਕਹਿੰਦੇ ਆ ਕਿ ਕੁਦਰਤ ਅਲਾਮਤਾਂ ਦੇ ਰਾਹੀਂ ਸਾਡਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਪਹਿਲਾਂ ਹੀ, ਅਲਾਮਤਾਂ ਦੇ ਰਾਹੀਂ। ਜਦੋਂ ਅਸੀਂ ਅਲਾਮਤਾਂ ਨੂੰ ਦਬਾ ਦਿੰਦੇ ਹਾਂ, ਜਿਹੜਾ ਕਿ ਮਾਡਰਨ ਮੈਡੀਕਲ ਸਿਸਟਮ ਕਰਦਾ ਹੈ, ਤਾਂ ਅਸਲ 'ਚ ਅਸੀਂ ਕੁਦਰਤ ਦਾ ਹਥਿਆਰ ਖੋਹ ਲੈਂਦੇ ਹਾਂ। ਕੁਦਰਤ ਦਾ ਹਥਿਆਰ ਜਿਹੜਾ, ਕੁਦਰਤ ਜਿਸ ਹਥਿਆਰ ਰਾਹੀਂ ਸਾਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਉਸੇ ਨੂੰ ਹੀ ਇੱਕ ਕਿਸਮ ਦਾ ਪੰਗੂ ਬਣਾ ਦਿੰਦੇ ਹਾਂ। ਉਹਨੂੰ ਦਬਾ ਕੇ ਉਹਦਾ ਨੈਟ ਰਿਜ਼ਲਟ ਕੀ ਹੁੰਦਾ ਕਿ ਅਸੀਂ ਜ਼ਿਆਦਾ ਬਿਮਾਰ ਹੋ ਜਾਂਦੇ ਹਾਂ, ਜਾਂ ਲੰਬੇ ਸਮੇਂ ਲਈ ਬਿਮਾਰ ਹੋ ਜਾਂਦੇ ਹਾਂ, ਜਾਂ ਕਈ ਵਾਰੀ ਬਿਨਾਂ ਮਤਲਬ ਦੇ ਮੌਤ ਦੇ ਮੂੰਹ ਚਲੇ ਜਾਂਦੇ ਹਾਂ ਸਿੰਪਟਮ ਦਬਾਉਂਦੇ ਉਹਦੇ। ਤਾਂ ਹੌਲੀ ਹੌਲੀ ਮੈਨੂੰ ਸਮਝ ਆਈ, ਉਹ ਮੈਨੂੰ ਨਹੀਂ ਇਕੱਲੇ ਨੂੰ ਸਮਝ ਆਈ, ਦੁਨੀਆ ਦੇ ਵਿੱਚ ਪੂਰਾ ਇੱਕ ਸਿਸਟਮ ਹੈ ਪੈਰਲਲ, ਜਿਹੜਾ ਕਿ ਆਲਟਰਨੇਟਿਵ ਸਿਸਟਮਸ ਆਫ ਮੈਡੀਸਨ ਦੇ ਨਾਲ ਜੁੜਦਾ ਹੈ। ਔਰ ਮਾਡਰਨ ਮੈਡੀਕਲ ਸਿਸਟਮ ਦੇ ਅੰਦਰ ਵੀ ਅਨੇਕਾਂ ਡਾਕਟਰ ਨੇ, ਸੈਂਕੜੇ ਡਾਕਟਰ ਨੇ, ਜਿਨ੍ਹਾਂ ਨੇ ਅਲਟੀਮੇਟਲੀ ਆਪਣੇ ਤਜਰਬੇ 'ਚੋਂ, ਆਪਣੇ ਸਾਰੇ ਜਿਹੜਾ ਸੀਗਾ ਉਹਦੇ 'ਚੋਂ ਇਹ ਸਿੱਟਾ ਕੱਢਿਆ ਕਿ ਜਿਹੜੀਆਂ ਅਲਾਮਤਾਂ ਨੂੰ ਦਬਾਉਣਾ ਹੈ, ਇਹ ਬਹੁਤ ਹੀ ਨਿਖਿੱਧ ਕਿਸਮ ਦੀ ਡਾਕਟਰੀ ਹੈ। ਇਹਨਾਂ ਨੂੰ ਦਬਾਉਣਾ ਉਦੋਂ ਹੀ ਚਾਹੀਦਾ ਜਦੋਂ ਅੱਤ ਹੋ ਜਾਵੇ ਇਹਦੀ, ਜਾਂ ਕੋਈ ਜ਼ਿੰਦਗੀ ਨੂੰ ਖਤਰਾ ਹੋਵੇ। ਅਲਾਮਤਾਂ ਯਾਨੀ ਲੱਛਣ ਜਿਹੜੇ ਨੇ, ਬਿਮਾਰੀਆਂ ਦੇ ਲੱਛਣ ਨੂੰ ਸਿਰਫ ਉਦੋਂ ਹੀ ਦਬਾਉਣਾ ਚਾਹੀਦਾ ਜਦੋਂ ਸਾਡੀ ਜ਼ਿੰਦਗੀ ਨੂੰ ਖਤਰਾ ਪੈਦਾ ਕਰ ਰਹੀਆਂ ਨੇ ਉਹ, ਜਾਂ ਕੋਈ ਇੱਦਾਂ ਹੋ ਸਕਦਾ ਕਿ ਉਹ ਇੰਨੀ ਅੱਤ ਹੋ ਗਈ ਉਹਦੀ
ਕਿ ਬੰਦਾ ਬਰਦਾਸ਼ਤ ਨਹੀਂ ਕਰ ਪਾ ਰਿਹਾ। ਉਸ ਤੋਂ ਇਲਾਵਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਲਾਮਤਾਂ ਨੂੰ ਨਾ ਦਬਾਇਆ ਜਾਵੇ। ਤੇ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਵੀ ਅਲਾਮਤਾਂ ਨੂੰ ਦਬਾਇਆ ਨਾ ਜਾਵੇ। ਹੁਣ ਬੰਦੇ ਨੂੰ ਅੰਤਾਂ ਦੇ ਦਰਦ ਹੋ ਰਿਹਾ ਤੇ ਫਿਰ ਉਹ ਦਰਦ ਸਹੀ ਜਾਵੇ, ਇਹਦਾ ਮਤਲਬ ਨਹੀਂ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਹਿਲੀ ਗੱਲ ਤਾਂ ਅੰਤਾਂ ਦੇ ਦਰਦ ਦੇ ਬਹੁਤ ਇਹੋ ਜਿਹੇ ਕਾਰਨ ਨੇ ਜਿਹੜੇ ਕਿ ਸਟਰੋਂਗ ਦਵਾਈਆਂ ਤੋਂ ਬਿਨਾਂ ਦਬਾਏ ਜਾ ਸਕਦੇ ਆ। ਥੋੜ੍ਹੇ ਰਿਲੀਫ ਦਿੱਤਾ ਜਾ ਸਕਦਾ, ਯਾਨੀ ਦਰਦ ਨੂੰ ਵੀ ਦਬਾਇਆ ਜਾ ਸਕਦਾ। ਹਾਂ ਬਿਲਕੁਲ, ਬਿਨਾਂ ਦਵਾਈ ਲਿੱਤੇ। ਬਿਲਕੁਲ ਦਰਦ ਕੱਲਾ ਸਰੀਰਕ ਦਰਦ ਨੂੰ ਨਹੀਂ, ਇਵਨ ਮਾਨਸਿਕ ਦਰਦ ਨੂੰ ਘਟਾਇਆ ਜਾ ਸਕਦਾ। ਉਹਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ। ਇੱਕ ਆਮ ਹੁਣ ਇੱਕ ਬੜਾ ਵੈਲ ਐਸਟੈਬਲਿਸ਼ਡ ਤੇ ਜਾਣੇ ਪਛਾਣੇ ਸੱਚ ਹੈ ਕਿ ਜਿਹੜੀ ਐਕਸਰਸਾਈਜ਼ ਹੁੰਦੀ ਹੈ, ਦਿਸ ਇਜ਼ ਦਾ ਬੈਸਟ ਪੇਨ ਕਿਲਰ, ਅੱਛਾ, ਬੈਸਟ ਐਂਟੀ ਡਿਪਰੈਸੈਂਟ। ਕਿ ਜੇ ਡਿਪਰੈਸ਼ਨ ਦਾ ਮਰੀਜ਼ ਹੈ, ਚਾਹੇ ਉਹ ਦਰਦ ਦਾ ਮਰੀਜ਼ ਹੈ, ਤਾਂ ਉਹ ਐਕਸਰਸਾਈਜ਼ ਕਰ ਲਵੇ ਤਾਂ ਉਹਦੀ ਦਰਦ ਵੀ ਘਟ ਜਾਂਦੀ ਹੈ ਤੇ ਜਿਹੜੀ ਹੈ ਡਿਪਰੈਸ਼ਨ ਵੀ ਠੀਕ ਹੋ ਜਾਂਦੀ ਹੈ। ਹੁਣ ਤੁਸੀਂ ਦੇਖੋ, ਇੱਕ ਪਾਸੇ ਅਸੀਂ ਦਵਾਈ ਦੇ ਕੇ ਦਰਦ ਨੂੰ ਦਬਾ ਰਹੇ ਹਾਂ, ਉਹਦੇ ਨਾਲ ਕੀ ਹੋ ਰਿਹਾ ਕਿ ਸਾਡਾ ਸਿੰਪਟਮ ਦਬ ਰਿਹਾ, ਲੇਕਿਨ ਕਾਰਨ ਉੱਥੇ ਦੀ ਉੱਥੇ ਹੈ। ਸਾਡੇ ਨਾਲ ਕਿਸੇ ਦਾ ਧੋਖਾ ਵੀ ਹੋ ਗਿਆ, ਕਿਉਂਕਿ ਸਿੰਪਟਮ ਦੇ ਰਾਹੀਂ ਕੁਦਰਤ ਦੋ ਗੱਲਾਂ ਕਰ ਰਹੀ ਸੀ। ਇੱਕ ਤਾਂ ਸਾਨੂੰ ਵਾਰਨ ਕਰ ਰਹੀ ਸੀ ਵੀ ਬੱਚੇ ਤੇਰੇ ਇੱਥੇ ਪ੍ਰੋਬਲਮ ਹੈ, ਤੂੰ ਆਪਣਾ ਕੁਛ ਇਹਦਾ ਇੰਤਜ਼ਾਮ ਕਰ, ਇਹਨੂੰ ਠੀਕ ਕਰ। ਦੂਜਾ ਸੀਗਾ ਕਿ ਕੁਦਰਤ ਉਸ ਸਿੰਪਟਮ ਦੇ ਰਾਹੀਂ ਸਾਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸੋ ਦੋਨੋਂ ਹਥਿਆਰ ਅਸੀਂ ਖੋਲੇ। ਇੱਕ ਉਹਦਾ ਵਾਰਨ ਸਿਗਨਲ ਵੀ ਅਸੀਂ ਸਵਿਚ ਆਫ ਕਰਤਾ, ਕੁਦਰਤ ਵਾਰਨ ਕਰ ਰਹੀ ਸੀ ਸਾਨੂੰ, ਉਹ ਵੀ ਸਵਿਚ ਆਫ ਕਰਤਾ, ਔਰ ਕੁਦਰਤ ਦਾ ਠੀਕ ਕਰਨ ਦਾ ਮੈਕੈਨਿਜ਼ਮ ਸੀ ਉਹ ਵੀ ਸੀ ਕੋਸ਼ਿਸ਼ ਕੀਤੀ ਕਿ ਉਹਨੂੰ ਅਸੀਂ ਖੋਲੀਏ ਉਹਦੇ ਤੋਂ। ਸੋ ਇਹ ਜਿਹੜਾ ਖਤਰਨਾਕ ਵਰਤਾਰਾ ਹੈ, ਜਿਹੜਾ ਦਵਾਈਆਂ ਦੇ ਰਾਹੀਂ, ਕੈਮੀਕਲ ਦੇ ਰਾਹੀਂ ਨਹੀਂ ਦਬਾਉਣਾ ਚਾਹੀਦਾ। ਨੋਨ ਕੈਮੀਕਲ ਮੈਥਡ ਯੂਜ਼ ਕਰਨੇ ਚਾਹੀਦੇ ਆ। ਜੇ ਕੈਮੀਕਲ ਮੈਥਡ ਯੂਜ਼ ਕਰਨੇ ਵੀ ਹੋਣ ਤਾਂ ਕੁਛ ਨੈਚੁਰਲ ਕੈਮੀਕਲ ਮੈਥਡ ਹੈਗੇ ਨੇ, ਕੁਛ ਨੈਚੁਰਲ ਕੈਮੀਕਲਸ ਹੈਗੇ ਨੇ, ਪਲਾਂਟ ਬੇਸਡ ਕੈਮੀਕਲਸ ਨੇ ਜਿਹੜੇ, ਉਹ ਕੁਛ ਹੈਗੇ ਇਫੈਕਟਿਵ, ਉਹ ਕਰ ਸਕਦੇ ਆ। ਤਾਂ ਔਰ ਜੇ ਅੱਤ ਹੋ ਗਈ ਹੈ ਤਾਂ ਜਿਵੇਂ ਪਲਾਂਟ ਬੇਸਡ ਕੈਮੀਕਲ ਦੇਖੋ, ਓਪੀਐਮ ਹੈ, ਜਿੱਦਾਂ ਭੁੱਕੀ ਹੈ, ਭੰਗ ਹੈ, ਤੁਹਾਡੇ ਆਯੁਰਵੇਦ ਦੇ ਅੰਦਰ ਬਹੁਤ ਸਾਰੇ ਪੌਦੇ ਨੇ, ਜਿਵੇਂ ਹਾਰ ਸ਼ਿੰਗਾਰ ਹੈ, ਜਿਵੇਂ ਸਲਾਕੀ ਹੈ, ਜਿਵੇਂ ਕਿੰਨੇ ਕਈ ਪੌਦੇ ਨੇ ਜਿਹੜੇ ਕਿ ਹਲਕਾ ਫੁਲਕਾ ਦਰਦ ਤੋਂ ਵੀ ਰਿਲੀਫ ਦਿੰਦੇ ਆ, ਲੇਕਿਨ ਇੰਨੇ ਨਹੀਂ ਦਬਾਉਂਦੇ ਕਿ ਤੁਹਾਡੇ ਨਾਲ ਧੋਖਾ ਹੋ ਜੇ ਜਾਂ ਤੁਹਾਡੇ ਸਿਸਟਮ ਨੂੰ ਨਹੀਂ ਦਬਾਉਂਦੇ। ਉਹ ਜਿਹੜੇ ਕੈਮੀਕਲ ਬੇਸਡ ਡਰੱਗਸ ਹੁੰਦੀਆਂ ਨੇ, ਬਹੁਤ ਸਟਰੋਂਗ ਨੇ ਤੇ ਫੌਰੀ ਰਿਲੀਫ ਦੇ ਦਿੰਦੀਆਂ ਨੇ, ਤੇ ਬੰਦਾ ਇੱਕ ਵਾਰੀ ਕਹਿੰਦਾ ਬੱਲੇ ਬੱਲੇ, ਤੇ ਬੰਦਾ ਖੁਸ਼ ਹੋ ਜਾਂਦਾ ਇੱਕ ਵਾਰੀ ਵੀ ਮੈਂ ਤਾਂ ਮੁਕਤ ਹੋ ਗਿਆ। ਲੇਕਿਨ ਉਹ ਮੁਕਤੀ ਜਿਹੜੀ ਹੁੰਦੀ ਹੈ ਉਹ ਆਰਜੀ ਹੁੰਦੀ ਆ, ਉਹ ਧੋਖਾ ਹੋ ਜਾਂਦਾ ਤੁਹਾਡੇ ਨਾਲ ਦੋਨੋਂ ਕਿਸਮ ਦਾ ਧੋਖਾ ਹੋ ਗਿਆ। ਤੁਹਾਡਾ ਵਾਰਨ ਸਿਗਨਲ ਵੀ ਬੰਦ ਹੋ ਗਿਆ, ਤੁਸੀਂ ਜਿਹਨੂੰ ਕਹਿੰਦੇ ਆ ਉਹ ਹੋ ਜਾਓਗੇ, ਆਪਣਾ ਪ੍ਰੀਕਾਸ਼ਨ ਨਹੀਂ ਲਓਗੇ, ਤੇ ਦੂਜੀ ਗੱਲ ਤੁਹਾਡਾ ਨੇਚਰ ਤੋਂ ਤੁਸੀਂ ਉਹ ਹਥਿਆਰ ਵੀ ਖੋਲ੍ਹ ਲਿਆ ਆਪਣਾ। ਜੀ ਉਹ ਡਾਕਟਰ ਸਾਹਿਬ, ਜਿਵੇਂ ਇੱਕ ਬੰਦੇ ਨੂੰ ਤੁਸੀਂ ਇੱਕ ਗੱਲ ਕੀਤੀ ਹੈ ਕਿ ਲੱਛਣ ਉਹਨੂੰ ਨਜ਼ਰ ਆਉਣ ਲੱਗ ਗਏ ਵੀ ਮੈਨੂੰ ਛਿੱਕਾਂ ਲੱਗ ਗਿਆ, ਮੈਨੂੰ ਦਸਤ ਲੱਗ ਗਏ, ਮੈਨੂੰ ਉਲਟੀਆਂ ਲੱਗ ਗਿਆ, ਮੈਨੂੰ ਖਾਂਸੀ ਹੋ ਗਈ, ਬੁਖਾਰ ਹੋ ਗਿਆ, ਤਾਂ ਅਜਿਹੇ ਵਿੱਚ ਫਿਰ ਉਹ ਜਿਹੜੀ ਲੱਛਣ ਨੇ ਉਹਨਾਂ ਨੂੰ ਦਬਾਉਣ ਦੀ ਬਜਾਏ ਉਹਨੂੰ ਕਰਨਾ ਕੀ ਚਾਹੀਦਾ? ਦੇਖੋ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ, ਹੁਣ ਤੁਸੀਂ ਡਾਇਰੀਆ ਦੀ ਗੱਲ ਕੀਤੀ ਹੈ, ਟੱਟੀਆਂ ਲੱਗ ਗਈਆਂ ਮੰਨ ਲਓ, ਜੀ ਜਾਂ ਉਲਟੀਆਂ ਲੱਗ ਗਈਆਂ। ਪਹਿਲੀ ਗੱਲ ਤਾਂ ਉਲਟੀ ਦਾ ਮਤਲਬ ਕੀ ਹੈ? ਉਲਟੀ ਦਾ ਮਤਲਬ ਹੈ ਕਿ ਕੋਈ ਚੀਜ਼ ਤੁਸੀਂ ਇਹੋ ਜਿਹੀ ਖਾ ਲਈ ਜਿਹੜੀ ਤੁਹਾਨੂੰ ਨਹੀਂ ਸੀ ਖਾਣੀ ਚਾਹੀਦੀ, ਜਿਹੜੀ ਕਿ ਸਰੀਰ ਨੂੰ ਨੁਕਸਾਨ ਕਰਨ ਜਾ ਰਹੀ ਹੈ। ਸਰੀਰ ਨੇ ਕੀ ਕੀਤਾ, ਇਸ ਤੋਂ ਉਹਨੂੰ ਚੱਕ ਕੇ ਬਾਹਰ ਮਾਰਿਆ ਵਾਪਸ। ਜੀ ਮੈਨੂੰ ਨਹੀਂ ਚਾਹੀਦਾ। ਹਾਂ, ਵਾਪਸ ਬਾਹਰ ਮਾਰਿਆ ਚੱਕ ਕੇ, ਔਰ ਤੁਸੀਂ ਉਲਟਾ ਫਾਇਦਾ ਹੋ ਗਿਆ ਤੁਹਾਨੂੰ। ਤੁਸੀਂ ਇੱਕ ਵਾਰੀ ਉਲਟੀ ਕਰਨ ਲੱਗੇ ਤਾਂ ਔਖੇ ਹੋਵੋਗੇ, ਕਿਉਂਕਿ ਉਲਟੀ ਬਹੁਤ ਜਿਹੜੀ ਹੈ, ਕਿਉਂਕਿ ਰਿਵਰਸ ਸਾਰਾ ਕੁਝ ਕਰਨਾ ਪੈਂਦਾ ਕੁਦਰਤ ਨੂੰ, ਕਿਉਂਕਿ ਇੰਟੈਸਟਾਈਨ ਮੂਵ ਕਰਦੀਆਂ ਨੇ ਉੱਪਰੋਂ ਥੱਲੇ ਨੂੰ, ਤੇ ਉਹ ਜਦੋਂ ਉਲਟੀ ਕਰਨੀ ਤਾਂ ਉਲਟ ਕਰਨਾ ਪੈਂਦਾ ਕੁਦਰਤ ਨੂੰ। ਤੇ ਉਲਟ ਕਰਨਾ ਬਹੁਤ ਔਖਾ ਹੁੰਦਾ, ਫੀਲਿੰਗ ਵੀ ਬੜੀ ਮਾੜੀ ਹੁੰਦੀ ਹੈ, ਜ਼ੋਰ ਵੀ ਬਹੁਤ ਲੱਗਦਾ। ਲੇਕਿਨ ਇੱਕ ਵਾਰੀ ਕਰਨ ਤੋਂ ਬਾਅਦ ਤੁਸੀਂ ਮਹਿਸੂਸ ਕਰੋਗੇ ਕਿ ਉਲਟੀ ਆ ਗਈ, ਠੀਕ ਹੋ ਗਿਆ, ਮੈਂ ਠੀਕ ਹੋ ਗਿਆ। ਤੁਹਾਨੂੰ ਇੱਕ ਵਾਰੀ ਲੱਗੂਗਾ ਕਿ ਮੈਂ ਠੀਕ ਹੋ ਗਿਆ। ਤਾਂ ਉਲਟੀ ਜਿਹੜੀ ਹੈ ਇਹ ਕੁਦਰਤ ਦਾ ਮੈਕੈਨਿਜ਼ਮ ਹੈ ਕਿ ਗਲਤ ਖਾਇਆ ਗਿਆ, ਕੁਦਰਤ ਉਹਨੇ ਬਾਹਰ ਕੱਢਤਾ। ਸੇਮ ਡਾਇਰੀਆ। ਹੁਣ ਇਸ ਤੋਂ ਪਹਿਲਾਂ ਕਿ ਤੁਹਾਡੇ ਖੂਨ 'ਚ ਜਾਵੇ ਕੋਈ ਚੀਜ਼, ਕਿਉਂਕਿ ਉਸ ਚੀਜ਼ ਨੇ 24 ਘੰਟੇ ਬਾਅਦ ਤੁਹਾਡੇ ਐਂਡ ਤੇ ਪਹੁੰਚਣਾ। 24 ਘੰਟੇ ਸਾਰਾ ਜ਼ਹਿਰ ਹੀ ਉਹ ਅਬਜ਼ਾਰਬ ਹੋ ਜਾਏਗਾ। ਤਾਂ ਇੱਥੇ ਕੁਦਰਤ ਕੀ ਕਰ ਰਹੀ ਹੈ, 2 ਘੰਟੇ 'ਚ ਤੁਹਾਨੂੰ ਫਟਾਫਟ ਥੱਲੇ ਨੂੰ ਭੱਜੀ ਜਾ ਰਹੀ ਹੈ ਦਸਤ ਦੀ ਸ਼ਕਲ 'ਚ। ਦਸਤ ਲੱਗ ਕੇ ਵੀ ਉਹੀ ਕਰ ਰਹੀ ਕੁਦਰਤ ਕਿ ਗਲਤ ਖਾਇਆ ਗਿਆ ਸੀਗਾ ਉਹਦਾ। ਚਲੋ ਉਲਟੀ ਨਹੀਂ ਕਰ ਸਕੀ, ਉਹ ਉਲਟੀ ਕਰਨ ਵਾਲਾ ਜਾਂ ਇੰਨਾ ਸਟਰੋਂਗ ਨਹੀਂ ਸੀਗਾ ਉਹ ਕਿ ਉਲਟੀ ਦੀ ਲੋੜ ਸੀ, ਕਿਉਂਕਿ ਉਲਟੀ ਜ਼ਿਆਦਾ ਤਾਕਤ ਮੰਗਦੀ ਹੈ ਕਰਨ ਵਾਸਤੇ। ਡਾਇਰੀਆ ਜਿਹੜਾ ਬੜਾ ਸੌਖਾ ਹੈ, ਤਾਂ ਉਹ ਕੁਦਰਤ ਨੇ ਡਾਇਰੀਆ ਲਾਤਾ, 2 3 4 ਵਾਰੀ ਤੁਹਾਨੂੰ ਹੋਊਗਾ। ਤਾਂ ਅੱਜ ਅਕਸਰ ਮੈਂ ਤਾਂ ਪੀਡੀਆਟ੍ਰਿਕਸ ਦੀ MD ਕੀਤੀ ਹੈ, ਅਸੀਂ ਪਹਿਲਾਂ ਬਹੁਤ ਐਂਟੀਬਾਇਓਟਿਕ ਯੂਜ਼ ਕਰਦੇ ਹੁੰਦੇ ਸੀ ਸ਼ੁਰੂ 'ਚ। ਬਾਅਦ ਸਾਨੂੰ ਹੌਲੀ ਜਦੋਂ ਸਮਝ ਆਈ ਤਾਂ ਫਿਰ ਕਹਿਣ ਲੱਗੇ ਪੀਡੀਆਟ੍ਰਿਕਸ ਵਾਲੇ ਵੀ ਡਾਇਰੀਆ 'ਚ ਐਂਟੀਬਾਇਓਟਿਕ ਨਾ ਦਿਓ। ਡਾਇਰੀਆ ਜਿਹੜਾ ਆਪਣੇ ਹੀ ਕੁਦਰਤੀ ਤੌਰ 'ਤੇ 72 ਘੰਟਿਆਂ 'ਚ ਆਪਣੇ ਆਪ ਠੀਕ ਹੋ ਜਾਂਦਾ,
ਸਿਰਫ ਤਾਂ ਕਹਿੰਦੇ ਵੀ ਪਾਣੀ ਖਤਮ ਹੋ ਜਾਂਦਾ ਬੰਦੇ ਦਾ ਜੇ ਬਸ ਪਾਣੀ ਦਾ ਇੰਤਜ਼ਾਮ ਕਰ ਲਓ ਨਾ। ਫਿਰ ਤਾਂ ਹੀ ਅਸੀਂ ਕਹਿਣ ਲੱਗੇ ਕਿ ਬੰਦੇ ਨੂੰ ਨਾਲ ORS ਦਿਓ, ਓਰਲ ਰੀਹਾਈਡਰੇਸ਼ਨ ਸੋਲਿਊਸ਼ਨ, ਯਾਨੀ ਕਿ ਜਿਹਦੇ ਨਾਲ ਉਹਦਾ ਪਾਣੀ ਨਾ ਖਤਮ ਹੋਵੇ ਪਰ ਡਾਇਰੀਆ ਬੰਦ ਨਾ ਹੋਵੇ। ਡਾਇਰੀਆ ਚੱਲ ਰਿਹਾ ਪਰ ਜੋ ਡਾਇਰੀਆ 'ਚ ਪਾਣੀ ਬਾਹਰ ਜਾ ਰਿਹਾ ਅਤੇ ਜਿਹਦੇ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਉਹ ਨਾ ਹੋਵੇ। ਉਹ ਆਮ ਤੌਰ 'ਤੇ ਪਹਿਲਾਂ ਅਸੀਂ ਨਾੜਾ ਚਲਾਉਂਦੇ ਹੁੰਦੇ ਸੀਗੇ, ਗਲੂਕੋਜ਼ ਦੀਆਂ ਬੋਤਲਾਂ, ਉਹ ਬੜਾ ਖਤਰਨਾਕ ਜਿਹਾ ਵਰਤਾਰਾ ਸੀਗਾ। ਬਾਅਦ 'ਚ ਅਸੀਂ ਹੌਲੀ ਹੌਲੀ ਪੀਡੀਆਟ੍ਰਿਕਸ ਵਾਲਿਆਂ ਨੂੰ ਸਮਝ ਆਈ ਕਿ ਇਹਦੀ ਤਾਂ ਲੋੜ ਨਹੀਂ ਹੈ, ਤੁਸੀਂ ਇੱਕ ਸੋਲਿਊਸ਼ਨ ਬਣਾ ਕੇ ਬੰਦੇ ਦੇ ਕੋਲ ਰੱਖ ਲਓ, ਉਹਨੂੰ ਹੌਲੀ ਹੌਲੀ ਪੀ ਜਾ ਤੂੰ, ਅਤੇ ਪੀ ਜਾਂਦਾ ਬੰਦਾ ਤਾਂ ਕੁਛ ਵੀ ਨਹੀਂ ਹੁੰਦਾ। ਸੋ ਲਗਭਗ 90% ਲੋਕਾਂ ਦੀ ਜਿਹੜੀ ਇੰਟਰਾਵੀਨਸ ਲੱਗਦੇ ਸੀ, ਗਲੂਕੋਜ਼ ਦੀਆਂ ਬੋਤਲਾਂ ਲੱਗਦੀਆਂ ਸੀ, ਉਹ ਪ੍ਰੀਵੈਂਟ ਹੋ ਗਈਆਂ ਸਿਰਫ ਇੰਨੇ ਇੱਕ ਸੋਲਿਊਸ਼ਨ ਨਾਲ। ਜਿਸ ਬੰਦੇ ਨੇ ORS ਦੀ ਕਾਰਡ ਕੱਢੀ, ਸਭ ਤੋਂ ਪਹਿਲਾਂ ਕਿਹਾ ਉਹਨੇ ਕਿ ਤੁਸੀਂ ਓਰਲੀ ਵੀ ਦਿਓਗੇ ਤਾਂ ਵੀ ਇਕੁਅਲੀ ਇਫੈਕਟਿਵ ਹੋਏਗਾ। ਤਾਂ ਅੱਜ ਪੀਡੀਆਟ੍ਰਿਕਸ ਦਾ ਇੱਕ ਰੂਟੀਨ ਹੋ ਗਿਆ। ਜਿਹੜਾ ਮੈਂ ਜਦੋਂ ਸ਼ੁਰੂ ਕੀਤੀ ਸੀ ਆਪਣੀ ਪੀਡੀਆਟ੍ਰਿਕਸ ਦਾ ਕੈਰੀਅਰ, ਅਸੀਂ ਧੜਾ ਗਲੂਕੋਜ਼ ਲਾਉਂਦੇ ਹੁੰਦੇ ਸੀ ਹਰ ਬੱਚੇ ਦੇ। ਬਾਅਦ ਜਿਵੇਂ ਉਹ ਗੱਲ ਜਿਹੜੀ ਬਦਲੀ ਤਾਂ 90% 'ਚ ਅਸੀਂ ਗਲੂਕੋਜ਼ ਲਾਉਣ ਦੀ ਲੋੜ ਹੀ ਨਹੀਂ ਪੈਂਦੀ। ਤਾਂ ਇਸ ਤਰ੍ਹਾਂ ਇੱਦਾਂ ਦੇ ਸੋਲਿਊਸ਼ਨ ਕੱਢਣੇ ਚਾਹੀਦੇ ਆ ਜਿਹਦੇ ਨਾਲ ਉਹਦਾ ਨੁਕਸਾਨ ਤਾਂ ਰੋਕਿਆ ਜਾ ਸਕੇ ਅਲਾਮਤਾਂ ਦਾ, ਲੇਕਿਨ ਅਲਾਮਤਾਂ ਨੂੰ ਜਿਹਨੂੰ ਕਹਿੰਦੇ ਆ ਉਹ ਕੈਮੀਕਲ ਦੇ ਕੇ ਰੋਕਿਆ ਨਾ ਜਾਵੇ, ਲੱਛਣ ਨਾ ਦਬਾਏ ਜਾਣ। ਜੀ। ਠੀਕ ਹੈ। ਅਤੇ ਇਹ ਮੰਨ ਲਓ ਵੀ ਫਿਰ ਹੁਣ ਬੰਦਾ ਇੱਕ ਬੰਦੇ ਨੂੰ ਕੋਈ ਇਸ ਤਰ੍ਹਾਂ ਦੀ ਹੈਗੀ ਹੈ ਜਿਹੜਾ ਮੰਨ ਲਓ ਵੀ ਆਪਾਂ ਬੰਦੇ ਨੂੰ ਅਪੈਂਡਿਕਸ ਦੀ ਪੇਨ ਹੈ, ਉਹਦੇ ਵਿੱਚ ਤਾਂ ਫਿਰ ਉਹ ਜਿਹੜਾ ਦਰਦ ਨੂੰ ਰੋਕਣ ਤੋਂ ਇਲਾਵਾ ਕੋਈ ਹੋਰ ਚਾਰਾ ਹੀ ਨਹੀਂ, ਉਹਨੂੰ ਆਪਰੇਸ਼ਨ ਕਰਾਉਣ ਲਈ ਜਾਣਾ ਪੈਣਾ। ਅਜਿਹੇ ਹਾਲਾਤਾਂ ਦੇ ਵਿੱਚ, ਐਮਰਜੈਂਸੀ ਹਾਲਾਤਾਂ 'ਚ ਤਾਂ ਫਿਰ ਆਪਾਂ ਨੂੰ ਜਿਹੜੀ ਆਪਾਂ ਨੂੰ ਦਬਾਉਣਾ ਹੀ ਪੈਣਾ ਦਰਦ ਨੂੰ। ਤਾਂ ਨਹੀਂ, ਦਰਦ ਨੂੰ ਦਬਾਉਣ ਦੀ ਬਜਾਏ ਡਾਇਗਨੋਸਿਸ ਕਰਨਾ ਜੋ ਜ਼ਰੂਰੀ ਹੈ। ਤੁਸੀਂ ਅਪੈਂਡਿਕਸ ਦੀ ਗੱਲ ਕੀਤੀ ਹੈ, ਹੁਣ ਪੇਟ ਦਰਦ ਦੇ ਵਿੱਚ ਅਪੈਂਡਿਕਸ ਕਿੰਨੀਆਂ ਕੁ ਮਰੀਜ਼ਾਂ 'ਚ ਕਾਜ਼ ਹੁੰਦਾ ਇਹ ਬੜਾ ਡਾਊਟਫੁਲ ਹੈ। ਜੇ 100 ਬੰਦੇ ਨੂੰ ਦਰਦ ਹੋਈ ਪੇਟ ਦੀ ਤਾਂ ਅਪੈਂਡਿਕਸ ਤਾਂ ਇੱਕ ਬੰਦੇ 'ਚ ਹੋਊਗੀ। ਪਹਿਲਾਂ ਡਾਇਗਨੋਸ ਤਾਂ ਕਰੋ ਨਾ ਕਿ ਵਾਕਈ ਅਪੈਂਡਿਕਸ ਹੈਗੀ ਹੈ ਕਿ ਆਰਡੀਨਰੀ ਪੇਟ ਦਰਦ ਹੈ। ਸੋ ਬਹੁਤੀ ਵਾਰੀ ਤੁਸੀਂ ਪਾਓਗੇ ਕਿ ਆਰਡੀਨਰੀ ਪੇਟ ਦਰਦ ਹੈ, ਅਪੈਂਡਿਕਸ ਬਹੁਤ ਘੱਟ ਹੁੰਦੀ ਹੈ, ਘੱਟ ਲੋਕਾਂ 'ਚ ਹੁੰਦੀ ਹੈ। ਔਰ ਅਪੈਂਡਿਕਸ ਬਾਰੇ ਵੀ ਬਹੁਤ ਡਿਸਕਸ਼ਨ ਚੱਲ ਰਹੀ ਹੈ, ਜੇ ਉਸ ਕੰਟਰੋਵਰਸੀ 'ਚ ਆਪਾਂ ਨਹੀਂ ਪੈਂਦੇ ਕਿ ਕੀ ਅਪੈਂਡਿਕਸ ਦਾ ਇਲਾਜ ਕੋਈ ਇੱਕ ਸਰਜਰੀ ਕਰਨਾ ਹੀ ਹੈ, ਜਿਹੜਾ ਕਿ ਹੁਣ ਤੱਕ ਕਿਹਾ ਜਾ ਰਿਹਾ ਸੀਗਾ। ਤਾਂ ਹੁਣ ਬਹੁਤ ਸਾਰੀ ਸਟੱਡੀਜ਼ ਇੱਦਾਂ ਦੀਆਂ ਆ ਗਈਆਂ ਨੇ ਕਿ ਅਪੈਂਡਿਕਸ ਦਾ ਇਲਾਜ ਸਰਜਰੀ ਕਰਨਾ ਬਿਲਕੁਲ ਜ਼ਰੂਰੀ ਨਹੀਂ ਹੈ। ਉਹਦਾ ਖਾਣਾ ਪੀਣਾ ਪੇਸ਼ੈਂਟ ਦਾ ਬੰਦ ਕਰ ਦਿਓ ਥੋੜ੍ਹੇ ਦਿਨ ਲਈ, ਉਹਨੂੰ ਰੈਸਟ ਦੇ ਦਿਓ ਇੰਟੈਸਟਾਈਨ ਨੂੰ, ਅਤੇ ਉਹ ਆਪਣੇ ਆਪ ਠੀਕ ਵੀ ਕਰ ਲੈਂਦੀ ਹੈ, ਕੁਦਰਤ ਵੀ ਠੀਕ ਕਰ ਲੈਂਦੀ ਹੈ। ਸੋ ਇਸ ਕਰਕੇ ਡਾਇਗਨੋਸਿਸ ਨਹੀਂ ਲੇਟ ਕਰਨਾ, ਕੋਈ ਸੀਰੀਅਸ ਬਿਮਾਰੀ ਮਿਸ ਨਾ ਹੋ ਜਾਵੇ, ਇਸ ਗੱਲ ਦਾ ਬਹੁਤ ਸਾਵਧਾਨੀ ਰੱਖਣੀ ਹੈ। ਇਹ ਨਹੀਂ ਮਤਲਬ ਹੈ ਕਿ ਆਪਾਂ ਇਹ ਨਹੀਂ ਕਹਿ ਰਹੇ ਕਿ ਅਲਾਮਤ ਨਹੀਂ ਦਬਾਉਣੀ, ਤਾਂ ਇਹਦਾ ਮਤਲਬ ਹੈ ਕਿ ਅਵੇਸਲੇ ਹੋ ਜਾਣਾ। ਅਵੇਸਲੇ ਬਿਲਕੁਲ ਨਹੀਂ ਹੋਣਾ। ਇਸ ਗੱਲ ਤੋਂ ਪੂਰਾ ਸਾਵਧਾਨ ਰਹਿਣਾ ਹੈ ਕਿ ਕੋਈ ਮੇਰੇ ਨਾ ਇਲਾਜ ਕਰਨ 'ਚ ਕੋਈ ਮੇਰੇ ਸਰੀਰ ਨੂੰ ਜਾਂ ਜਿਹੜੇ ਮੇਰੇ ਪੇਸ਼ੈਂਟ ਨੂੰ ਇੱਦਾਂ ਦਾ ਨੁਕਸਾਨ ਨਾ ਹੋ ਜਾਵੇ ਕਿ ਉਹਨੂੰ ਕੋਈ ਗੰਭੀਰ ਬਿਮਾਰੀ ਹੋਵੇ ਅਤੇ ਮੈਂ ਉਹਨੂੰ ਲਾਈਟਲੀ ਲਵਾਂ। ਇੱਦਾਂ ਦੀ ਗਲਤੀ ਅਸੀਂ ਬਿਲਕੁਲ ਨਹੀਂ ਕਰਦੇ। ਡਾਇਗਨੋਸਿਸ ਕਰੋ, ਲੇਕਿਨ ਦਵਾਈ ਦੇਣ ਲੱਗਿਆ ਸੋਚੋ। ਮਤਲਬ ਤੁਹਾਡੇ ਕੋਲ ਮੰਨ ਲਓ ਵੀ ਡਾਕਟਰ ਸਾਹਿਬ ਕਿ ਇੱਕ ਪੇਸ਼ੈਂਟ ਤੁਹਾਡੇ ਕੋਲ ਆਉਂਦਾ, ਉਹਦੇ ਤੁਹਾਨੂੰ ਲੱਛਣ ਉਹਦੇ ਸਮਝ ਆ ਗਏ ਵੀ ਇਹਦੇ 'ਚ ਆਹ ਲੱਛਣ ਨੇ, ਇਹਨੂੰ ਆਹ ਪ੍ਰੋਬਲਮ ਹੋ ਸਕਦੀ ਹੈ, ਅਤੇ ਤੁਸੀਂ ਉਸ ਦੀ ਅਲਾਮਤ ਯਾਨੀ ਲੱਛਣ ਦਬਾਉਣ ਦੀ ਬਜਾਏ ਫਿਰ ਤੁਸੀਂ ਉਹਦਾ ਇਲਾਜ ਤੁਸੀਂ ਕਿਸ ਤਰ੍ਹਾਂ ਸੁਜੈਸਟ ਕਰੋਗੇ ਵੀ ਕਿਸ ਤਰ੍ਹਾਂ ਕਰਨਾ ਚਾਹੀਦਾ ਉਹਨੂੰ? ਹੁਣ ਆਪਾਂ ਅਲੱਗ-ਅਲੱਗ ਚੀਜ਼ਾਂ ਨੇ, ਜਿਸ ਤਰ੍ਹਾਂ ਆਪਾਂ ਖਾਂਸੀ ਲੈ ਲਈਏ, ਜ਼ੁਕਾਮ ਲੈ ਲਈਏ। ਉਹ ਜ਼ੁਕਾਮ ਐਸੀ ਬਿਊਟੀਫੁਲ ਚੀਜ਼ ਹੈ ਜਿਹੜੀ ਤੁਹਾਡੇ ਲੰਗਸ ਨੂੰ ਪ੍ਰੋਟੈਕਟ ਕਰਦੀ ਹੈ। ਅੱਜ ਕੱਲ੍ਹ ਦਾ ਵਰਤਾਰਾ ਚੱਲ ਰਿਹਾ ਕਿ ਜ਼ੁਕਾਮ ਨੂੰ ਦੁਸ਼ਮਣ ਬਣਾਤਾ ਮਨੁੱਖਤਾ ਦੇ, ਵੀ ਜਿਵੇਂ ਜ਼ੁਕਾਮ ਹੀ ਦੁਸ਼ਮਣ ਹੁੰਦਾ ਮਹਾਮਾਰੀ ਦਾ। ਜ਼ੁਕਾਮ ਜੀਵ ਜੰਤੂਆਂ ਦੇ ਅੰਦਰ ਛਿੱਕਾਂ ਆਉਣੀਆਂ, ਨੱਕ ਵਗਣਾ ਤੁਹਾਡੇ ਨੇਚਰ ਦਾ ਡਿਫੈਂਸ ਸਿਸਟਮ ਹੈ, ਅਤੇ ਉਹ ਤੁਹਾਡਾ ਜ਼ੁਕਾਮ ਲਾ ਕੇ, ਛਿੱਕਾਂ ਲਾ ਕੇ, ਖਾਂਸੀ ਲਾ ਕੇ ਕੁਦਰਤ ਤੁਹਾਨੂੰ ਡਿਫੈਂਡ ਕਰ ਰਹੀ ਤਾਂ ਕਿ ਤੁਹਾਡੇ ਫੇਫੜੇ ਜਿਹੜੇ ਨੇ ਸੇਫ ਰਹਿਣ। ਉਹ ਫੇਫੜੇ ਜ਼ਰੂਰੀ ਨੇ ਸੇਵ ਕਰਨੇ। ਅਤੇ ਤੁਸੀਂ ਪਾਓਗੇ ਕਿ 99 ਨਹੀਂ 999 ਹਜ਼ਾਰ ਪਿੱਛੇ ਇੱਕ ਬੰਦਾ ਜਿਹੜਾ ਹੁੰਦਾ ਹੈ ਉਹ ਜ਼ੁਕਾਮ ਦੇ ਨਾਲ ਕੋਈ ਸੀਰੀਅਸ ਹੁੰਦਾ ਹੈ। 999 ਬੰਦਿਆਂ 'ਚ ਜ਼ੁਕਾਮ ਲਾ ਕੇ ਕੁਦਰਤ ਤੁਹਾਨੂੰ ਡਿਫੈਂਡ ਕਰ ਰਹੀ ਹੈ। ਉਹ 1% ਕੌਣ ਹੁੰਦਾ ਕਿ ਜਿਹੜਾ ਬੰਦਾ ਵੀਕ ਹੁੰਦਾ, ਕਮਜ਼ੋਰ ਹੁੰਦਾ, ਉਹਦੇ ਅੰਦਰ ਕੋਈ ਐਸੀ ਅਲਾਮਤ ਹੈ, ਐਸੀ ਬਿਮਾਰੀ ਹੈ ਜਿਹੜੀ ਕਿ ਉਹਦੇ ਸਿਸਟਮ ਨੂੰ ਬਹੁਤ ਵੀਕ ਕਰ ਰਹੀ ਹੈ। ਉਹਦੇ ਜ਼ੁਕਾਮ ਲੱਗਣ ਦੇ ਬਾਵਜੂਦ ਵੀ ਜਿਹੜਾ ਹੈ ਉਹ ਉਹਦੇ ਫੇਫੜੇ ਇਫੈਕਟ ਹੋ ਜਾਂਦੇ ਆ। ਜਾਂ ਮੈਂ ਕੁਲਵੰਤ ਜੀ ਇੱਕ ਬੜੀ ਕਮਾਲ ਦੀ ਗੱਲ ਦੇਖੀ ਆਪਣੇ ਕੈਰੀਅਰ 'ਚ ਕਿ ਮੇਰੇ ਕੋਲ ਮਰੀਜ਼ ਆਉਂਦੇ ਸੀਗੇ, ਉਹਨਾਂ ਦੀ ਹਿਸਟਰੀ ਕੀ ਹੁੰਦੀ ਸੀਗੀ ਕਿ ਜੀ ਮੈਨੂੰ ਪਹਿਲਾਂ ਜ਼ੁਕਾਮ ਲੱਗਦਾ ਹੁੰਦਾ ਸੀਗਾ, ਅਕਸਰ ਲੱਗ ਜਾਂਦਾ ਸੀਗਾ, ਅਤੇ ਮੈਂ ਜ਼ੁਕਾਮ ਦੀਆਂ ਦਵਾਈਆਂ ਖਾਣ ਲੱਗ ਗਿਆ, ਜ਼ੁਕਾਮ ਤਾਂ ਠੀਕ ਹੋ ਗਿਆ, ਮੈਨੂੰ ਦਮਾ ਹੋ ਗਿਆ। ਅੱਛਾ, ਜ਼ੁਕਾਮ ਠੀਕ ਹੋ ਗਿਆ ਪਰ ਦਮਾ ਹੋ ਗਿਆ। ਤੋ ਇਹ ਦੇਖੋ ਇਹ ਕੀ ਵਰਤਾਰਾ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਤੁਸੀਂ ਜ਼ੁਕਾਮ ਨੂੰ ਦਬਾਓ ਨਾ, ਉਹਦਾ ਕੁਦਰਤੀ ਤੌਰ 'ਤੇ ਜੋ ਹੱਲ ਕਰਨਾ ਹੱਲ ਕਰੋ, ਲੇਕਿਨ ਦਬਾਏ ਬਿਨਾਂ। ਜੀ। ਸੋ ਡਾਕਟਰ ਸਾਹਿਬ ਇੱਕ ਚੀਜ਼ ਮੰਨ ਲਓ ਵੀ ਇੱਕ ਆਪਾਂ
ਪੇਸ਼ੈਂਟ ਨੇ ਤੁਹਾਡੇ ਕੋਲ ਆ ਕੇ ਲੱਛਣ ਵੀ ਤੁਹਾਨੂੰ ਉਹਦੇ ਚੀਜ਼ ਦੇ ਸਮਝ ਆ ਗਏ, ਤੁਸੀਂ ਉਸ ਦਾ ਇਲਾਜ ਵੀ ਸ਼ੁਰੂ ਕੀਤਾ, ਪਰ ਨਾਲ ਨਾਲ ਉਹਨੂੰ ਦਰਦ ਵੀ ਹੈ, ਨਾਲ ਨਾਲ ਉਹਨੂੰ ਖਾਂਸੀ ਵੀ ਹੈ, ਨਾਲ ਨਾਲ ਉਹਨੂੰ ਜ਼ੁਕਾਮ ਵੀ ਹੈ, ਉਸ ਨੂੰ ਦਸਤ ਵੀ ਲੱਗੇ ਹੋਏ ਨੇ, ਮਤਲਬ ਇਸ ਤਰ੍ਹਾਂ ਦੀਆਂ ਤੁਹਾਡੇ ਕੋਲ ਸਾਹਮਣੇ ਚੀਜ਼ਾਂ ਆ ਰਹੀਆਂ ਨੇ। ਕੀ ਫਿਰ ਆਪਾਂ ਨੇ ਉਹਨਾਂ ਲੱਛਣਾਂ ਨੂੰ ਉਹਨਾਂ ਹਾਲਾਤਾਂ ਇਲਾਜ ਕਰਦੇ ਨਾਲ ਵੀ ਨਹੀਂ ਦਬਾਉਣਾ, ਜਾਂ ਫਿਰ ਉਹ ਜਿਹੜਾ ਉਹਨੂੰ ਇਲਾਜ ਵੀ ਕਰਨਾ ਤੇ ਉਹਨੂੰ ਦਬਾ ਵੀ ਦੇਣਾ ਨਾਲ? ਨਹੀਂ, ਲੱਛਣ ਦਬਾਉਣ ਲੱਗਿਆ ਇੱਕ ਜਨਰਲ ਪ੍ਰਿੰਸੀਪਲ ਰੱਖਣਾ ਹੈ ਕਿ ਜਦੋਂ ਅੱਤ ਹੋ ਗਈ ਹੈ, ਮਰੀਜ਼ ਬਰਦਾਸ਼ਤ ਨਹੀਂ ਕਰ ਪਾ ਰਿਹਾ, ਉਹਨਾਂ ਕੁ ਦਬਾਓ ਉਹਨੂੰ ਸਿਰਫ ਜੀ, ਉਸ ਤੋਂ ਜ਼ਿਆਦਾ ਨਾ ਦਬਾਓ। ਜਾਂ ਉਹਦੀ ਲਾਈਫ ਨੂੰ ਕੋਈ ਖਤਰਾ ਆ ਰਿਹਾ ਉਹਦੇ ਨਾਲ, ਮੰਨ ਲਓ ਪੇਨ ਇੰਨੀ ਜ਼ਿਆਦਾ ਹੈ ਕਿ ਬੰਦਾ ਸ਼ੌਕ ਚਲਾ ਜਾਏਗਾ, ਪੇਨ ਬਰਦਾਸ਼ਤ ਨਹੀਂ ਕਰ ਸਕਿਆ, ਫਿਰ ਤਾਂ ਦਬਾਉਣਾ ਚਾਹੀਦਾ, ਕਿਉਂਕਿ ਫਿਰ ਤਾਂ ਬੰਦਾ ਸ਼ੌਕ ਚਲਾ ਜਾਏਗਾ। ਲੇਕਿਨ ਅਗਰ ਉਹਦੀ ਲਾਈਫ ਨੂੰ ਕੋਈ ਖਤਰਾ ਨਹੀਂ ਹੈ ਲੱਛਣ ਤੋਂ, ਜਾਂ ਉਹਦੀ ਬਰਦਾਸ਼ਤ ਸੀਮਾ 'ਚ ਹੈਗੀ ਹੈ, ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਬਰਦਾਸ਼ਤ ਸੀਮਾ ਬਹੁਤ ਵੇਰੀਏਸ਼ਨ ਹੈ। ਮੰਨ ਲਓ ਦਰਦ ਬਰਦਾਸ਼ਤ ਕਰਨ ਦੀ ਹੈ, ਇੱਕ ਬੰਦਾ ਮਾੜੀ ਜਿਹੀ ਦਰਦ ਦੇ ਵਿੱਚ ਝੰਗਾੜਾ ਮਾਰਨਾ ਸ਼ੁਰੂ ਕਰ ਦਿੰਦਾ, ਇੱਕ ਬੰਦਾ ਪਰਵਾਹ ਨਹੀਂ ਕਰਦਾ। ਸੋ ਜੇ ਉਹਦੀ ਬਰਦਾਸ਼ਤ ਉਹਨੂੰ ਇਹ ਕਹਿਣਾ ਕਿ ਤੈਨੂੰ ਬਰਦਾਸ਼ਤ ਕਰ ਕੁਛ ਚੀਜ਼ਾਂ ਨੂੰ, ਸੋ ਬਰਦਾਸ਼ਤ ਕਰਨਾ ਵੀ ਸਿਖਾਉਣਾ ਪਏਗਾ ਉਹਨੂੰ। ਜੀ। ਅਤੇ ਹੁਣ ਆਪਾਂ ਆਈਏ ਕਿ ਜਿਹੜੇ ਆਪਣੇ ਕੋਲ ਬਾਜ਼ਾਰ ਦੇ ਵਿੱਚ ਪੇਨ ਕਿਲਰ ਵਾਲਾ ਸਿਸਟਮ ਹੈਗਾ, ਬਾਜ਼ਾਰ ਦੇ ਵਿੱਚ ਜਿਹੜੇ ਹੋਰ ਬੜੇ ਸਿਸਟਮ ਹੈਗੇ ਨੇ ਜਿਹਦੇ ਨਾਲ ਆਪਾਂ ਅਲਾਮਤਾਂ ਨੂੰ, ਲੱਛਣਾਂ ਨੂੰ ਆਪਾਂ ਦਬਾਉਂਦੇ ਹਾਂ। ਕੀ ਆਪਾਂ ਨੂੰ ਉਹੀ ਦਵਾਈਆਂ, ਕੈਪਸੂਲ, ਟੀਕੇ ਹੀ ਅਪਣਾਉਣੇ ਚਾਹੀਦੇ ਨੇ, ਜਾਂ ਫਿਰ ਜਿਵੇਂ ਪੇਨ ਕਿਲਰ ਵਾਸਤੇ ਅੱਜ ਕੱਲ੍ਹ ਨਿਊ ਪੈਚ ਆ ਗਏ, ਉਹਨਾਂ ਵਾਸਤੇ ਮਤਲਬ ਉੱਤੇ ਕਰੀਮਾਂ ਆ ਗਈਆਂ ਲਗਾਉਣ ਲਈ, ਹੌਟ ਜੈਲ ਵਗੈਰਾ, ਜਾਂ ਫਿਰ ਕੋਈ ਤੇਲ ਆ ਗਏ ਇਸ ਤਰ੍ਹਾਂ ਦੇ, ਵੀ ਉਹਨਾਂ ਨਾਲ ਵੀ ਜਿਹੜਾ ਸਰੀਰ ਦੇ ਅੰਦਰ ਨਾ ਜਾਣ, ਸਰੀਰ ਦੇ ਬਾਹਰੋਂ ਹੀ ਆਪਾਂ ਉਸ ਨੂੰ ਠੀਕ ਕਰ ਲਈਏ ਤਾਂ ਕਿ ਅੰਦਰ ਜਾ ਕੇ ਉਹ ਨੁਕਸਾਨ ਨਾ ਕਰਨ? ਬਿਲਕੁਲ ਸਹੀ ਪਕੜੀ ਤੁਸੀਂ ਗੱਲ। ਜਿਹੜੀ ਪੇਨ ਦੀ ਮੈਨੇਜਮੈਂਟ ਹੈ ਨਾ ਜੀ, ਅਸੀਂ ਉਹਨੂੰ ਹੁਣ ਜਿਹੜੀ ਕਰਦੇ ਹਾਂ ਨੇਚਰਲ ਕਿਉਰ 'ਚ ਅਸੀਂ ਕਹਿੰਦੇ ਲੋਕਲ ਮੈਨੇਜਮੈਂਟ ਜੀ। ਲੋਕਲ ਮੈਨੇਜਮੈਂਟ ਅਸੀਂ ਕਰਦੇ ਹਾਂ। ਅੱਜ ਕੱਲ੍ਹ ਤੇਲ ਆ ਗਏ ਹੋਏ ਬਹੁਤ ਸਾਰੇ ਜੀ, ਤੇਲ ਲਾਓ ਦਰਦ ਵਾਲਾ, ਪੇਨ ਕਿਲਰ ਆਇਲ, ਉਹ ਹਰਬਲ ਨੇ ਮੋਸਟਲੀ, ਉਹ ਤੁਹਾਨੂੰ ਥੋੜ੍ਹਾ ਜਿਹਾ ਰਿਲੀਫ ਦੇ ਦਿੰਦੇ ਆ। ਫਿਰ ਸੇਕਾ ਦੇ ਦਿਓ, ਸੇਕਾ ਦੋ ਤਰ੍ਹਾਂ ਦਾ ਆ ਗਿਆ, ਇੱਕ ਠੰਡਾ ਵੀ ਆ ਗਿਆ, ਗਰਮ ਵੀ ਆ ਗਿਆ। ਫਿਰ ਐਕਸਰਸਾਈਜ਼ ਕਰ ਲਓ, ਤਿੰਨੇ 'ਚ ਅਗੜ ਪਿਛੜ ਕਰ ਲਈਏ ਤਾਂ ਤੁਹਾਨੂੰ ਰੀਜ਼ਨੇਬਲ ਰਿਲੀਫ ਮਿਲ ਜਾਂਦਾ ਪੇਨ ਤੋਂ। ਸੋ ਇਸ ਕਰਕੇ ਪੇਨ ਕੋਈ ਐਡੀ ਬਹੁਤੀ ਉੱਤੇ ਨਹੀਂ ਡਿੱਗਦੀ ਹੁੰਦੀ। ਸੋ ਪੇਨ ਤੋਂ ਬਹੁਤ ਸੋਹਣਾ ਰਿਲੀਫ ਮਿਲ ਜਾਂਦਾ, ਚਾਹੇ ਤੁਹਾਡੇ ਜੋੜ ਦੁਖਦੇ ਹੋਣ, ਚਾਹੇ ਲੱਤਾਂ ਦੁਖਦੀਆਂ ਹੋਣ, ਤਾਂ ਸੀਮਤ ਸਿਰ ਦੁਖਦੇ ਤਾਂ ਬਾਮਸ ਆ ਗਏ ਹੈ। ਔਰ ਸਿਰ ਦੁਖਦਾ ਜਿਹੜਾ ਹੈਡੇਕ, ਹੁਣ ਸਭ ਤੋਂ ਵੱਡੀ ਪੇਨ ਜਿਹੜੀ ਹੈ ਹੈਡੇਕ ਦਾ ਦਰਦ, ਤਾਂ ਐਡਾ ਹੈਡੇਕ ਜਿੰਨੀ ਜਲਦੀ ਆਉਂਦੀ ਹੈ ਉਨੀ ਜਲਦੀ ਜਾਂਦੀ ਹੈ। ਤੁਸੀਂ ਗਾਣਾ ਗਾ ਲਓ, ਚੀਕਾਂ ਮਾਰ ਲਓ, ਕਿਸੇ ਨਾਲ ਖੁੱਲ੍ਹ ਕੇ ਗੱਲਾਂ ਕਰ ਲਓ, ਬਾਹਰ ਖੁੱਲ੍ਹੀ ਹਵਾ ਚਲੇ ਜਾਓ, ਸੈਰ ਕਰ ਲਓ, ਦੌੜ ਲਓ, ਐਕਸਰਸਾਈਜ਼ ਕਰ ਲਓ, ਪਹਿਲੇ ਮੂੰਹ 'ਤੇ ਛਿੱਟੇ ਮਾਰ ਲਓ, ਕੰਨਾਂ ਦਾ ਮਸਾਜ ਕਰ ਲਓ, ਸਿਰ ਦਾ ਮਸਾਜ, ਤਾਂ ਅਨੇਕਾਂ ਚੀਜ਼ਾਂ ਨੇ ਜਿਹਦੇ ਨਾਲ ਕਿ ਦਰਦ ਤੁਸੀਂ ਠੀਕ ਕਰ ਸਕਦੇ ਹੋ। ਆਪਣੀ ਦਰਦ ਤੱਕ ਠੀਕ ਕਰਨੀ ਕੋਈ। ਇਸੇ ਤਰ੍ਹਾਂ ਜ਼ੁਕਾਮ ਵਾਸਤੇ ਆਪਾਂ ਆਪਣਾ ਉਹ ਲੈ ਸਕਦੇ ਹਾਂ, ਕੀ ਕਹਿੰਦੇ ਆ, ਸਟੀਮ ਲੈ ਸਕਦੇ, ਭਾਫ਼ ਲੈ ਸਕਦੇ ਹਾਂ, ਜਾਂ ਫਿਰ ਇਹਦੇ ਕੋਈ ਹੋਰ ਵੀ ਇੱਦਾਂ ਦੇ ਹੈਗੇ ਨੇ? ਬਿਲਕੁਲ, ਗਰਾਰੇ, ਨਮਕ ਤੇ ਹਲਦੀ ਵਾਲੇ ਗਰਾਰੇ ਤੇ ਭਾਫ਼, ਦੋ ਬਹੁਤ ਵਧੀਆ ਚੀਜ਼ਾਂ ਨੇ। ਯਾਨੀ ਦਵਾਈ ਨਹੀਂ ਲੈਣੀ ਆਪਾਂ ਨੇ ਉਹਦੇ ਵਾਸਤੇ, ਉਹਨੂੰ ਦਬਾਉਣਾ ਨਹੀਂ, ਦਵਾਈ ਨਹੀਂ ਲੈਣੀ ਦਾ ਮਤਲਬ ਦਬਾਉਣਾ ਨਹੀਂ, ਉਹਨੂੰ ਦਬਾਉਣਾ ਨਹੀਂ। ਤੇ ਇਹ ਵੀ ਤਾਂ ਡਾਕਟਰ ਸਾਹਿਬ ਫਿਰ ਦਬਾਉਣਾ ਹੀ ਹੋ ਗਿਆ, ਜੇ ਆਪਾਂ ਗਰਾਰੇ ਕਰ ਲਏ ਜਾਂ ਉਹ ਭਾਫ਼, ਦਬਾਉਣਾ ਨਹੀਂ ਹੋ ਗਿਆ। ਇਹਦੇ ਰਿਲੀਫ ਮਿਲਦਾ, ਮੇਰੇ ਲਈ ਰਿਲੀਫ ਮਿਲੇਗਾ, ਲੇਕਿਨ ਉਹ ਦੱਬਿਆ ਨਹੀਂ, ਉਹ ਖਤਮ ਨਹੀਂ ਹੋਏਗਾ। ਉਹ ਥੋੜ੍ਹਾ ਜਿਹਾ ਬੰਦੇ ਨੂੰ ਜਿਹੜਾ ਔਖਾ ਹੋ ਰਿਹਾ, ਬੰਦਾ ਤੰਗ ਹੋ ਰਿਹਾ, ਉਹ ਘਟ ਜਾਏਗਾ ਬਸ। ਇਹਦੇ ਨਾਲ ਆਪਾਂ ਕੈਮੀਕਲ ਨਾਲ ਨਹੀਂ ਨਾ ਦਬਾਇਆ ਉਹਨੂੰ। ਜਿਹੜਾ ਬਾਡੀ ਦਾ ਡਿਫੈਂਸ ਸਿਸਟਮ ਹੈ ਉਹਨੂੰ ਅਸੀਂ ਇਹ ਨਹੀਂ ਛੇੜਿਆ, ਸਿਰਫ ਉਹਦੇ ਬਾਹਰੀ ਰੂਪ ਨੂੰ ਥੋੜ੍ਹਾ ਜਿਹਾ ਉੱਪਰੋਂ ਮੈਨੇਜ ਕੀਤਾ। ਔਰ ਅਦਰ ਟ੍ਰੀਟਮੈਂਟ ਵੀ ਨਾਲ ਹੋਈ, ਕਿਉਂਕਿ ਜਿਹੜਾ ਉਹ ਸਿਸਟਮ ਕਲੀਨ ਹੋ ਜਾਏਗਾ ਨਾ, ਜੋ ਕਲੀਨ ਹੋ ਜਾਏਗਾ ਤਾਂ ਸਕ੍ਰੀਸ਼ਨ ਜਿਹੜੀਆਂ ਨੇ ਉਹ ਜਲਦੀ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੀਆਂ। ਤਾਂ ਇਹ ਜਿਹੜੇ ਸਿਸਟਮ ਨੇ, ਇੱਦਾਂ ਦੇ ਲੋਕਲ ਸਿਸਟਮ ਨੇ ਜਾਂ ਜਿਹੜੇ ਦੇਸੀ ਸਿਸਟਮ ਨੇ, ਇਹ ਦਬਾਉਂਦੇ ਨਹੀਂ ਹੈ, ਇਹ ਡਿਫਰੈਂਟ ਢੰਗ ਨਾਲ ਰਿਲੀਫ ਦਿੰਦੇ ਆ। ਠੀਕ ਹੈ। ਕੁਛ ਅਜਿਹੇ ਹੁੰਦੇ ਨੇ ਜਿਵੇਂ ਹੁਣ ਦਮੇ ਵਾਲਾ ਪੇਸ਼ੈਂਟ ਮਰੀਜ਼ ਹੈ, ਦਮੇ ਵਾਲੇ ਮਰੀਜ਼ ਨੂੰ ਡਾਕਟਰ ਸਾਹਿਬ ਫਿਰ ਉਹਦੇ 'ਚ ਇਹ ਹੁੰਦਾ ਕਿ ਉਹਨੂੰ ਪੰਪ ਲੈਣਾ ਪੈਂਦਾ ਉਹਦੇ ਨਾਲ, ਵੀ ਉਹਦੇ ਨਾਲ ਤਾਂ ਉਹਨੂੰ ਸਾਹ ਆਉਂਦਾ। ਉਹ ਅਜਿਹੇ ਇਹਨਾਂ ਵਾਸਤੇ ਵੀ ਕੁਛ ਆਪਾਂ ਨੂੰ ਦੇਸੀ ਕੋਈ ਨੁਸਖਾ ਹੈਗਾ ਇਹਦਾ? ਹਾਂ ਬਿਲਕੁਲ, ਦੇਸੀ ਨੁਸਖੇ ਬਹੁਤ ਨੇ ਇਹਦੇ ਲਈ। ਪਹਿਲੀ ਗੱਲ ਤਾਂ ਆਹੀ ਹੋ ਗਿਆ, ਜਿਹੜਾ ਤੁਹਾਡਾ ਸਿਸਟਮ ਕਲੀਨ ਰੱਖੋ ਆਪਣਾ, ਅਤੇ ਭਾਫ਼ ਲੈ ਲਓ। ਭਾਫ਼ ਬਹੁਤ ਵਧੀਆ ਰਿਲੀਫ ਦਿੰਦੀ ਹੈ। ਬਾਕੀ ਜਿਹੜੀਆਂ ਨੇ ਤੁਸੀਂ ਉਹ ਪ੍ਰੈਫਰ ਕਰਨ ਲੱਗ ਗਏ ਅਸੀਂ, ਜਿਹੜੇ ਨੈਬੂਲਾਈਜ਼ਰ ਨਾਲ ਜਾਂ ਹੋਰ ਹੈ, ਕਿ ਉਹ ਨੈਬੂਲਾਈਜ਼ਰ ਨਾਲ ਐਟਲੀਸਟ ਲੋਕਲ ਹੁੰਦਾ, ਪੂਰੀ ਬਾਡੀ ਦਾ ਡਿਫੈਂਸ ਸਿਸਟਮ ਨੌਕਆਊਟ ਨਹੀਂ ਹੁੰਦਾ, ਲੋਕਲ ਸਿਸਟਮ ਜਿਹੜਾ ਉਹ ਥੋੜ੍ਹਾ ਜਿਹਾ ਦਬ ਜਾਂਦਾ। ਤਾਂ ਦਵਾਈਆਂ ਇੰਜੈਕਸ਼ਨ ਲਾਉਣ ਨਾਲੋਂ ਅੱਜ ਮੈਡੀਕਲ ਸਾਇੰਸ ਨੇ ਆਪ ਹੀ ਸਮਝ ਲਿਆ ਕਿ ਉਹਨੂੰ ਲੋਕਲ ਲੈਵਲ 'ਤੇ ਉਹ ਜਿਹੜੇ ਪੰਪਸ ਨੇ, ਰੋਟਾ ਹਿਲਰ ਹੈ, ਜਿਹੜੇ ਨੈਬੂਲਾਈਜੇਸ਼ਨ ਹੈ, ਇਹ ਸਾਰੀ ਬਾਡੀ 'ਚ ਨੂੰ ਨਹੀਂ ਨਾ ਸਪਰੈਸ ਕਰਦੇ, ਬਾਡੀ ਦਾ ਡਿਫੈਂਸ ਸਿਸਟਮ ਨਹੀਂ ਸਪਰੈਸ ਕਰਦੇ, ਲੋਕਲ ਡਿਫੈਂਸ ਸਿਸਟਮ ਨੂੰ ਥੋੜ੍ਹਾ ਦਬਾ ਦਿੰਦੇ ਇੱਕ ਵਾਰੀ। ਔਰ ਉਹਦੇ 'ਚ ਵੀ ਅਸੀਂ ਇਹੀ ਕਹਿੰਦੇ ਹਾਂ ਕਿ ਉਦੋਂ ਹੀ ਲੈਣਾ ਜਦੋਂ ਬਹੁਤ ਤੰਗੀ ਹੈ, ਸ਼ੌਕੀਆ ਨਹੀਂ ਲੈਣਾ। ਅਤੇ ਇਸ ਕਰਕੇ ਉਹ ਫਿਰ ਵੀ ਬੈਟਰ ਹੈ। ਬਾਕੀ ਜਿਹੜਾ ਰੂਟ ਕਾਜ਼ ਰਿਮੂਵ ਕਰਨਾ ਚਾਹੀਦਾ ਦਮਾਂ ਦਾ ਰੂਟ ਕਾਜ਼ ਜਿਹੜਾ ਨਾ,
ਉਹ ਬਹੁਤ ਅੱਜ ਜਿਹੜੀ ਹੁਣ ਅਸੀਂ ਨੈਚੁਰਲ ਕਿਉਰ 'ਚ ਕੱਢ ਰਹੇ ਉਹ ਡਾਈਟ ਹੈ। ਅਗਰ ਡਾਈਟ ਠੀਕ ਕਰ ਲਾਂਗੇ ਆਪਣੀ ਤਾਂ ਬਹੁਤ ਜਲਦੀ ਉਹ ਜਿਹੜਾ ਰਿਲੀਫ ਲੈਣ ਦੀ ਲੋੜ ਪੈ ਰਹੀ ਲਾਈਫ ਲੌਂਗ, ਉਹ ਲਾਈਫ ਲੌਂਗ ਨਹੀਂ ਹੋਏਗਾ, ਉਹ ਜਲਦੀ ਠੀਕ ਹੋ ਜਾਏਗਾ। ਇੱਕ ਤੁਸੀਂ ਪੇਨ ਨੂੰ ਦਬਾਉਣ ਲਈ ਤੁਸੀਂ ਇੱਕ ਦੱਸਿਆ ਹੈਗਾ ਕਿ ਅਫੀਮ ਹੋ ਗਿਆ, ਭੁੱਕੀ ਹੋ ਗਈ, ਇਸ ਤਰ੍ਹਾਂ ਦੀ ਕੋਈ ਜਿਹੜੇ ਨੈਚੁਰਲ ਪੌਦੇ ਹੈਗੇ ਨੇ, ਇਹਨਾਂ ਦੇ ਨਾਲ ਜਿਹੜਾ ਉਹ ਪੇਨ ਨੂੰ ਆਪਾਂ ਘਟਾਇਆ ਜਾ ਸਕਦਾ ਹੈ, ਪੇਨ ਤੋਂ ਆਪਾਂ ਨੂੰ ਜਿਹੜੀ ਰਾਹਤ ਮਿਲ ਸਕਦੀ ਹੈ, ਦਰਦ ਤੋਂ ਰਾਹਤ ਮਿਲ ਸਕਦੀ ਹੈ। ਤੇ ਪਰ ਇਹਦੇ ਵਾਸਤੇ ਤਾਂ ਇੱਕ ਧਾਰਨਾ ਬਣੀ ਹੋਈ ਹੈ ਵੀ ਇਹ ਤਾਂ ਨਸ਼ਾ ਹੈ ਜੀ, ਇਹ ਤਾਂ ਬੰਦਾ ਅਫੀਮ 'ਚ ਹੀ ਬਣ ਜਾਏਗਾ, ਇਹਦੇ ਪੋਸਤੀ ਬਣ ਜਾਏਗਾ, ਤੇ ਇਹ ਥੋੜ੍ਹਾ ਜਿਹਾ ਦੱਸੋ। ਬਿਲਕੁਲ ਇਹ ਜਿਹੜੀ ਧਾਰਨਾ ਬਣੀ ਹੈ ਨਾ ਕਿਸੇ ਹੱਦ ਤੱਕ ਠੀਕ ਹੈ ਕਿ ਜਿਹੜਾ ਪਰਟੀਕੂਲਰਲੀ ਓਪੀਅਮ ਪਲਾਂਟ ਹੈ, ਪੋਪੀ ਪਲਾਂਟ ਹੈ, ਇਹ ਹੈਬਿਟ ਫਾਰਮਿੰਗ ਹੈ। ਜਿਹੜਾ ਤੁਹਾਡਾ ਮੈਰੀਜੁਆਨਾ ਹੈ, ਭੰਗ ਪਲਾਂਟ ਹੈ, ਇਹ ਤਾਂ ਹੈਬਿਟ ਫਾਰਮਿੰਗ ਨਹੀਂ ਹੈਗਾ। ਤੁਸੀਂ ਬੰਦਾ ਜੇ ਸਾਲ ਭਰ ਭੰਗ ਲੈ ਰਿਹਾ ਤੇ ਸਾਲ ਬਾਅਦ ਉਹ ਭੰਗ ਲੈਣੀ ਬੰਦ ਕਰ ਦਿੰਦਾ ਤੇ ਉਹਨੂੰ ਕੋਈ ਵਿਡਰਾਲ ਨਹੀਂ ਹੁੰਦਾ। ਸੋ ਇਹਦੇ 'ਚ ਇਹ ਨੁਕਸ ਹੈ ਜਿਹੜੇ 'ਚ ਪੋਪੀ ਪਲਾਂਟ 'ਚ, ਭੁੱਕੀ ਵਾਲੇ ਅਫੀਮ ਵਾਲੇ ਪਲਾਂਟ 'ਚ। ਬਾਕੀ ਇਹ 'ਚ ਕੋਈ ਖਾਸ ਨੁਕਸ ਨਹੀਂ, ਜਾਂ ਕੌਨਸਟੀਪੇਸ਼ਨ ਥੋੜ੍ਹੀ ਜਿਹੀ ਹੁੰਦੀ ਹੈ। ਅਦਰਵਾਈਜ਼ ਜੇ ਅਗਰ ਦਵਾਈ ਦੇ ਮੁਜਬ ਲਿੱਤਾ ਜਾਵੇ ਇਹ ਤਾਂ ਕੋਈ ਮਾੜਾ ਨਹੀਂ ਹੈ। ਪਰ ਹੁਣ ਕਿਉਂਕਿ ਸਰਕਾਰਾਂ ਨੇ ਉਹਨੂੰ ਬੰਦ ਕਰ ਰੱਖਿਆ, ਦਵਾਈਆਂ ਉਹ ਜਿਹੜੀਆਂ ਅਸੀਂ ਕੈਮੀਕਲ ਡਰੱਗਸ ਲੈ ਰਹੇ ਹਾਂ ਕਿਤੇ ਜ਼ਿਆਦਾ ਡੇਂਜਰਸ ਨੇ ਫੀਮ ਭੁੱਕੀ ਨਾਲੋਂ, ਅਤੇ ਉਹ ਅਸੀਂ ਲਈ ਜਾ ਰਹੇ ਹਾਂ। ਅਤੇ ਫੀਮ ਭੁੱਕੀ ਹੁਣ ਕਿਉਂਕਿ ਲੋਕ ਵੀ ਚਲੋ ਮਿਸਯੂਜ਼ ਵੀ ਕਰਦੇ, ਲੋਕ ਨਸ਼ੇ ਤੌਰ 'ਤੇ ਲੈਣ ਜਾਂਦੇ ਨੇ, ਇਕੱਲਾ ਸਰਕਾਰਾਂ ਨੂੰ ਹੀ ਆਪਾਂ ਦੋਸ਼ ਨਹੀਂ ਦੇ ਸਕਦੇ, ਲੋਕ ਵੀ ਉਹਨੂੰ ਮਿਸਯੂਜ਼ ਕਰਨ ਲੱਗ ਜਾਂਦੇ ਆ। ਜੋ ਚਾਈਨਾ ਦੇ ਅੰਦਰ ਉਹ ਜਿਹੜੀ ਨਸ਼ੇ ਤੌਰ 'ਤੇ ਜਿਹੜੀ ਫੀਮ ਦੀ ਪੀਣ ਹੀ ਲੱਗ ਗਏ ਸੀ, ਹੁੱਕਾ ਬਣਾ ਕੇ, ਉਹ ਨਸ਼ੇੜੀ ਹੋ ਗਿਆ, ਸਾਰੀ ਨੇਸ਼ਨ ਨਸ਼ੇੜੀ ਹੋ ਗਈ ਸੀ। ਇਹ ਖਤਰਾ ਤਾਂ ਹੁੰਦਾ ਹੀ ਹੈ, ਲੇਕਿਨ ਜੇ ਦਵਾਈ ਮੁਜਬ ਸਿਆਣਪ ਨਾਲ ਵਰਤਿਆ ਜਾਵੇ ਤਾਂ ਦਵਾਈਆਂ ਨਾਲੋਂ ਬੈਟਰ ਨੇ। ਦਵਾਈਆਂ ਨਾਲੋਂ ਭੰਗ ਤੇ ਜਿਹੜੇ ਪੋਪੀ ਪਲਾਂਟ ਹੈ, ਦੋਨੋਂ ਮੈਡੀਸਨਲ ਪਲਾਂਟਸ ਨੇ, ਦੁਨੀਆ 'ਚ ਪੂਰੀ ਰਿਕਗਨਾਈਜ਼ ਹੋ ਚੁੱਕੇ। ਮੇਰੇ ਕਹਿਣ ਦੀ ਗੱਲ ਨਹੀਂ ਹੈ, ਮੈਡੀਕਲ ਸਿਸਟਮ ਨੇ ਖੁਦ ਰਿਕਗਨਾਈਜ਼ ਕੀਤਾ ਕਿ ਜਿਹੜੇ ਦੋਨੋਂ ਵੈਸਟਰਨ ਸਿਸਟਮ ਦੇ ਵਿੱਚ ਮੈਰੀਜੁਆਨਾ ਬਾਰੇ ਤਾਂ ਹੁਣ ਅਲਾਓ ਕਰਤਾ ਸਰਕਾਰਾਂ ਨੇ ਸੀਮਤ ਤੌਰ 'ਤੇ ਆਉਣਾ ਵੀ ਔਰ ਯੂਜ਼ ਕਰਨਾ ਵੀ। ਜੀ ਡਾਕਟਰ ਸਾਹਿਬ, ਜਦੋਂ ਜਾਣ ਲੱਗਿਆ ਤੁਸੀਂ ਦਰਸ਼ਕਾਂ ਨੂੰ ਲੱਛਣਾਂ ਤੇ ਜਿਹੜੇ ਦੋਸਤ ਨੇ, ਦੁਸ਼ਮਣ ਨਹੀਂ ਹੈਗੇ, ਇਹਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਹੋਰ ਕੀ ਕਹਿਣਾ ਚਾਹੋਗੇ? ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਲੱਛਣ ਆਉਂਦੇ ਨੇ, ਚਾਹੇ ਉਹ ਕਿਸੇ ਵੀ ਕਿਸਮ ਦੇ ਨੇ, ਦਰਦ ਹੈ, ਮਾਨਸਿਕ ਦਰਦ ਹੈ ਜਾਂ ਸਰੀਰਕ ਦਰਦ ਹੈ, ਛਿੱਕਾਂ ਨੇ, ਖਾਂਸੀ ਹੈ, ਖਾਰਿਸ਼ ਹੈ, ਡਾਇਰੀਆ ਹੈ, ਵੋਮਿਟਿੰਗ ਹੈ, ਇਹਨੂੰ ਦਬਾਉਣ ਦਾ ਜਿਹੜਾ ਸਿਸਟਮ ਐਲੋਪੈਥਿਕ ਸਿਸਟਮ ਬਹੁਤ ਜ਼ਿਆਦਾ ਹੈ। ਫੀਵਰ ਹੈ, ਫੀਵਰ ਦੀ ਆਪਾਂ ਗੱਲ ਨਹੀਂ ਕੀਤੀ। ਫੀਵਰ ਦਾ ਮਤਲਬ ਅਸੀਂ ਕਹਿੰਦੇ ਹਾਂ ਕਿ ਫੀਵਰ ਤੁਹਾਡੀ ਸਰੀਰ ਦੀ AK-47 ਹੈ। ਤੁਸੀਂ ਫੀਵਰ ਉਤਾਰਦੇ ਨੇ, ਜੌਨ ਸਾਡ ਡੋਲੋ, ਮਾੜੀ ਮੋਟੀ ਵੀ 650। ਬੇਵਕੂਫੀ, ਨਿਹਾਇਤ ਬੇਵਕੂਫੀ ਹੈ ਬੁਖਾਰ ਉਤਾਰਨਾ। ਬੁਖਾਰ ਨੂੰ ਸੀਮਾ ਤੋਂ ਵਧੇ ਉਦੋਂ ਉਹ ਥੋੜ੍ਹਾ ਥੱਲੇ ਕਰਨਾ, 104 ਤੋਂ ਜ਼ਿਆਦਾ ਪੱਟੀਆਂ ਕਰਕੇ। ਅਡਲਟ ਵਾਸਤੇ 104 ਹੈ ਅਪਰ ਲਿਮਿਟ ਹੈ, ਔਰ ਲੇਕਿਨ ਬੱਚਿਆਂ ਵਾਸਤੇ ਥੋੜ੍ਹਾ ਜਿਹਾ ਘੱਟ ਰੱਖੋ, 102 ਤੱਕ ਠੀਕ ਹੈ, ਕਿਉਂਕਿ ਬੱਚੇ ਜਿਹੜੇ ਨੇ ਉਹ ਥੋੜ੍ਹੇ ਸੈਂਸਿਟਿਵ ਹੁੰਦੇ ਆ, ਫੀਵਰ ਪ੍ਰਤੀ ਥੋੜ੍ਹੀ ਫਿੱਟ ਪੈ ਜਾਂਦੀ ਕਈ ਵਾਰੀ। ਤਾਂ ਉਹ ਜਿਹੜਾ ਸਿਸਟਮ ਹੈ ਫੀਵਰ ਦਾ, ਫੀਵਰ ਹੁਣ ਵੰਡਰਫੁਲ ਟੂਲ ਹੈ। 2000 ਸਾਲ ਪਹਿਲਾਂ ਫਾਦਰ ਆਫ ਮੈਡੀਸਨ ਕਹਿ ਗਿਆ ਕਿ ਗਿਵ ਮੀ ਫੀਵਰ ਆਈ ਵਿਲ ਕਿਉਰ ਐਵਰੀ ਡਿਜ਼ੀਜ਼। ਅੱਛਾ, ਮੈਨੂੰ ਬੁਖਾਰ ਦਿਓ, ਮੈਂ ਸਾਰਿਆਂ ਜਿਹੜੇ ਮਰੀਜ਼ਾਂ ਨੂੰ ਠੀਕ ਕਰਦਾ। ਹਾਂ, ਬਿਲਕੁਲ। ਸੋ ਇਸ ਕਰਕੇ ਬੇਨਤੀ ਇਹੀ ਹੈ ਕਿ ਇਹਨਾਂ ਅਲਾਮਤਾਂ ਨੂੰ ਦਬਾਉਣ ਵਾਲਾ ਰਸਤੇ ਨਾ ਪਾਓ। ਇਹਨਾਂ ਨੂੰ ਉਹਦਾ ਦੋ ਮੈਸੇਜ ਨੇ ਕੁਦਰਤ ਦੇ। ਇੱਕ ਤੁਹਾਨੂੰ ਕੁਦਰਤ ਵਾਰਨ ਕਰ ਰਹੀ ਹੈ ਕਿ ਬੱਚੇ ਤੈਨੂੰ ਕੋਈ ਪ੍ਰੋਬਲਮ ਹੈ, ਠੀਕ ਕਰ, ਕੋਈ ਹੱਲ ਕਰ ਇਹਦਾ, ਅਤੇ ਦੂਜਾ ਹੈ ਕਿ ਉਹਨਾਂ ਦੇ ਥਰੂ ਹੀਲ ਕਰਦੀ ਹੈ। ਸੋ ਦੋਨੋਂ ਸਾਡੇ ਲਈ ਬਹੁਤ ਜ਼ਰੂਰੀ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਬੜੇ ਹੀ ਵਧੀਆ ਢੰਗ ਦੇ ਨਾਲ ਇਹ ਸਮਝਾਇਆ ਕਿ ਅਸੀਂ ਲੋਕ ਕਿਸ ਤਰ੍ਹਾਂ ਆਪਣੇ ਸਰੀਰ ਦੇ ਅੰਦਰ ਆਏ ਜਿਹੜੇ ਸਾਡੇ ਲੱਛਣ ਨਜ਼ਰ ਆ ਰਹੇ ਨੇ, ਬਿਮਾਰੀਆਂ ਦੇ ਲੱਛਣ ਸਾਨੂੰ ਜਿਹੜੇ ਨਜ਼ਰ ਆ ਰਹੇ ਹੁੰਦੇ ਨੇ, ਉਹਨਾਂ ਨੂੰ ਅਸੀਂ ਇੱਕ ਬੇਵਕੂਫੀ ਦੇ ਤਰੀਕੇ ਦੇ ਨਾਲ ਜਿਹੜਾ ਆਪਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ। ਦਰਦ ਹੈ, ਬੁਖਾਰ ਹੈ, ਜ਼ੁਕਾਮ ਹੈ, ਖਾਂਸੀ ਹੈ, ਦਸਤ ਨੇ, ਉਲਟੀਆਂ ਨੇ, ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਦ ਕਿ ਇਹ ਸਾਡਾ ਸਰੀਰ ਜਿਹੜਾ ਆਪਣੇ ਆਪ ਜਿਹੜਾ ਉਹ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਉਸ ਜਿਹੜੇ ਲੱਛਣ ਨੂੰ ਦਬਾ ਦਿੰਦੇ ਹਾਂ, ਸਾਨੂੰ ਪਤਾ ਲੱਗਦਾ ਨਹੀਂ ਵੀ ਅਸੀਂ ਅੰਦਰ ਕੀ ਤਕਲੀਫ ਹੈ। ਤਕਲੀਫ ਉਸੇ ਤਰ੍ਹਾਂ ਅੰਦਰ ਜਿਹੜੀ ਬਿਮਾਰੀ ਉਸੇ ਤਰ੍ਹਾਂ ਵੱਧਦੀ ਚਲੀ ਜਾਂਦੀ ਹੈ, ਅਤੇ ਅੱਗੇ ਚੱਲ ਕੇ ਸਾਡਾ ਸਰੀਰ ਜਿਹੜਾ ਉਹ ਨਕਾਰਾ ਹੋਣ ਦੇ ਕੰਢੇ ਜਾ ਪਹੁੰਚਦਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।